ਆਓ ਸੁਣੀਏ ਅਜਮੇਰ ਸਿੰਘ ਔਲਖ ਦੀ ਕਹਾਣੀ ਮੇਰੀ ਮੰਗਣੀ ਤੇ ਮੇਰਾ ਵਿਆਹ। ਮੰਗਣੀ। ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਖੇ ਪੰਜਾਬੀ ਦੀ ਐਮਏ ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤੱਤ ਇਹ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ ਹੈ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚ ਜਾ। ਉਦੋਂ ਭਾਵ ਜਵਾਨੀ ਵੇਲੇ ਮੇਰੇ ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਇਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ, ਮਾਨਯੋਗ ਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਵੇਖ ਲਵੇ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਲੁਕੋ ਨਾ ਰੱਖਣਾ। ਉਸ ਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਇਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕਰ ਸਕੇ ਕਿਉਂਕਿ ਇਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਹੀ ਨਹੀਂ। ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣੀ ਕਿ 4 ਭਾਈਆਂ ਕੋਲ ਕੁੱਲ 8 ਕਿੱਲੇ ਭੂਏ ਹੈ। ਇਸ ਵਿੱਚੋਂ 3 ਕਿੱਲੇ ਨੋਹਰੀਏ ਬਾਣੀਏ ਕੋਲ ਗਹਿਣੇ ਟਿਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਣਾ। ਨੇਕ, ਮੇਰਾ ਵੱਡਾ ਭਾਈ ਹਰਨੇਕ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ ਵਿੱਚ ਬੈਠਦਾ ਉੱਠਦਾ ਹੈ ਤੇ ਸਿਗਰਟ ਸ਼ਰਾਬ ਭੰਗ ਆਦਿ ਸਾਰੇ ਨਸ਼ੇ ਛਕ ਲੈਂਦਾ ਹੈ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲਵਾਂਗਾ ਜਦ ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ। ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇਗਾ ਤਾਂ ਮੈਂ ਕਿਸੇ ਮਿੱਥੇ ਦਿਨ ਉੱਤੇ ਪਿੰਡ ਆ ਜਾਵਾਂਗਾ। ਹੁਣ ਤੁਸੀਂ ਹੀ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮਾਂ ਸਾਹਮਣੇ ਦਿਸਦੇ ਨਰਕ ਕੁੰਡ ਵਿੱਚ ਧੱਕਾ ਦੇਣਾ ਚਾਹੇਗਾ। ਤੁਹਾਨੂੰ ਤਾਂ ਕੀ, ਮੈਨੂੰ ਆਪ ਵੀ ਪੂਰਾ ਯਕੀਨ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਹੀ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ ਵਿੱਚ ਰੰਗਿਆ ਤੇ ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਪੜ੍ਹਾਈ ਤਾਂ ਮਾਂ ਦਾ ਮੂੰਹ ਉਤਰਨਾ ਕੁਦਰਤੀ ਹੀ ਸੀ। ਗੁੱਸੇ ਜਿਹੇ ਮੂੰਹ ਨਾਲ ਮਾਂ ਨੇ ਉਹੀ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ, ਜਿਸ ਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਪਿੰਡ ਵਿੱਚੋਂ ਮੇਰਾ ਤਾਇਆ ਲੱਗਦਾ ਸੀ। ਉਹ ਬੜਾ ਹੀ ਸਾਫ਼ ਦਿਲ ਇਨਸਾਨ ਸੀ। ਨਾਲ ਦੀ ਨਾਲ ਉਹ ਹਾਸੇ ਠੱਠੇ ਦੇ ਸੁਭਾਅ ਵਾਲਾ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਸਾਹਿਬ ਜਾਇਆ ਕਰਦਾ ਸੀ। ਉਸ ਦਾ ਸਾਡੇ ਘਰ ਰੋਜ਼ ਦਾ ਆਉਣ ਜਾਣ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਾਡੇ ਘਰ ਰਾਹੀਂ ਜਾਣਾ ਉਸ ਨੂੰ ਸ਼ਾਰਟਕਟ ਨੇੜੇ ਪੈਂਦਾ ਸੀ। ਉਂਝ ਵੀ ਸਮਾਜਿਕ ਤੇ ਪਰਿਵਾਰਕ ਤੌਰ ਤੇ ਅਸੀਂ ਦੋਵੇਂ ਘਰ ਇੱਕ ਦੂਜੇ ਦੇ ਵਾਹਵਾ ਨੇੜੇ ਸਾਂ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਕੁਰੇ, ਸਮਝ ਲੈ, ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਲਈ ਉਸਨੇ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ। ਪਰ ਜਾਪਦਾ ਤਾਏ ਨੇ ਨਾ ਹੀ ਮੇਰੀ ਚਿੱਠੀ ਮਖੌਲ ਵਜੋਂ ਲਈ ਸੀ ਤੇ ਨਾ ਹੀ ਆਪਣੀ ਗੱਲ ਮਖੌਲ ਵਜੋਂ ਕਹੀ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੇ ਪਹਿਲਾਂ ਹੀ ਕਾਫੀ ਕੁਝ ਸਹੀ ਕੁੜੀ ਦੇ ਬਾਪ ਨੂੰ ਦੱਸ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਤੇ ਢਹੀ ਕੰਧ ਅਗਲੇ ਨੂੰ ਆਪ ਦਿਸ ਪੈਣੀ ਸੀ ਤੇ ਜ਼ਮੀਨ ਦੀ ਅਸਲੀਅਤ ਦਾ ਪਟਵਾਰੀ ਗਰਦੌਰ ਤੋਂ ਪਤਾ ਲੱਗ ਜਾਣਾ ਸੀ। ਹਾਂ, ਗਹਿਣੇ ਪਈ ਜ਼ਮੀਨ ਤੇ ਕਰਜ਼ੇ ਦਾ ਸ਼ਾਇਦ ਉਸ ਨੂੰ ਆਪ ਨੂੰ ਵੀ ਪਤਾ ਨਹੀਂ ਸੀ। ਰਹੀ ਗੱਲ ਮੇਰੇ ਵੱਡੇ ਭਾਈ ਦੇ ਵੈਲਪੁਣੇ ਦੀ, ਅਜਿਹੀ ਗੱਲ ਨੂੰ ਉਹ ਬਹੁਤੀ ਗੰਭੀਰਤਾ ਨਾਲ ਲੈਣ ਵਾਲਾ ਬੰਦਾ ਨਹੀਂ ਸੀ। ਜੱਟ ਦੇ 4 ਪੁੱਤਾਂ ਵਿੱਚੋਂ ਇੱਕ ਪੁੱਤ ਵੇਲੜ ਛੇਲੜ ਨਿਕਲ ਹੀ ਜਾਂਦਾ ਹੈ। ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾਰਨੀ ਸੀ ਤਾਇਆ ਅਮਰ ਸਿੰਘ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ, ਨਿਰਾ ਹੀਰਾ ਹੈ। ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਧੀ ਵਾਸਤੇ। ਤਾਇਆ ਅਮਰ ਸਿੰਘ ਦੂਰ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ।
ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਪੜ੍ਹਾਈ ਦੀ ਪੌੜੀ ਦੇ ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਉੱਤੇ ਪੈਰ ਧਰਦਾ ਉਤਾਂਹ ਚੜ੍ਹਦਾ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵਦ੍ਰਿਸ਼ਟੀ ਦੇ ਵਿਸ਼ਵਾਸ ਦੇ ਸਿਰ ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਜਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ ਤੇ ਜਾ ਧਰੀ। ਨੰਦ ਸਿੰਘ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਕੁਝ ਸੋਚਾਂ ਜਿਹੀਆਂ ਵਿੱਚ ਪੈ ਗਿਆ। ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਉਸਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਂਗ ਗਹਿਰ ਗੰਭੀਰ ਆਵਾਜ਼ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਹੈ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੋਜ਼ਗਾਰ ਤੇ ਲੱਗ ਗਿਆ, ਮੈਨੂੰ ਖਬਰ ਕਰ ਦਿਓ। ਜਦੋਂ ਮੈਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਪਿੰਡ ਆਇਆ ਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ ਤਾਂ ਮੈਨੂੰ ਬੇਹੱਦ ਹੈਰਾਨੀ ਹੋਈ। ਹੈਰਾਨੀ ਨਾਲ ਕੁਝ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਬਈ ਚਲੋ ਮੇਰੇ ਵਿਚਾਰਾਂ ਨਾਲ ਮਿਲਦਾ ਜੁਲਦਾ ਕੋਈ ਬੰਦਾ ਤਾਂ ਹੈ ਜਿਸ ਦੀ ਧੀ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ, ਪਰ ਨਾਲ ਦੀ ਨਾਲ ਮਨ ਦੇ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ। ਕਿਉਂ ਕਰ ਰਿਹਾ ਹੈ ਮੇਰੇ ਵਰਗੇ ਨੰਗ ਮੁਲੰਗ ਨੂੰ ਆਪਣੀ ਕੁੜੀ ਦਾ ਰਿਸ਼ਤਾ? ਕਿਤੇ ਕੁੜੀ ਵਿੱਚ ਕੋਈ ਨੁਕਸ ਹੀ ਨਾ ਹੋਵੇ, ਕੁੜੀ ਲੰਗੜੀ ਲੂਲੀ ਜਾਂ ਕਰੈਕਟਰ ਕਰੂਕਟਰ। ਜੇ ਇਹ ਗੱਲ ਹੈ ਤਾਂ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਸ ਦੀ ਧੀ ਦਾ ਰਿਸ਼ਤਾ ਕਬੂਲ ਕਰ ਲਵਾਂਗਾ? ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਇੰਨੀ ਨੇੜਤਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਕੋਲ ਗੱਲ ਕਰਨੀ ਵੀ ਮੁਨਾਸਬ ਨਾ ਸਮਝੀ। ਫੇਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ ਹੈ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ ਵਿੱਚੋਂ ਝਾੜ ਛੱਡੇ। ਲਓ ਜੀ, ਮੈਂ ਐਮਏ ਦਾ ਇਮਤਿਹਾਨ ਦਿੱਤਾ, ਨਤੀਜਾ ਵੀ ਆ ਗਿਆ। ਚੰਗੇ ਭਾਗਾਂ ਨੂੰ ਚੰਗੇ ਨੰਬਰ ਵੀ ਆ ਗਏ। ਉਦੋਂ ਵੀ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਆਪਣੇ ਇਲਾਕੇ ਦੇ ਮਾਨਸਾ ਕਸਬੇ ਵਿਖੇ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਮੈਨੂੰ ਪੰਜਾਬੀ ਦੇ ਲੈਕਚਰਰ ਦੀ ਚੰਗੀ ਨੌਕਰੀ ਵੀ ਮਿਲ ਗਈ। ਨੌਕਰੀ ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਕਾਲਜ ਵਿੱਚ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ। ਮੈਂ ਉਸ ਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਤੇ ਅਸੀਂ ਕੰਟੀਨ ਨਾਲ ਲਗਵੇਂ ਇੱਕ ਗਰਾਊਂਡ ਵਿੱਚ ਬੈਠ ਗਏ। ਗੱਲਬਾਤ ਚੱਲੀ ਤਾਂ ਮੈਂ ਉਸ ਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਹੀ ਨਾ ਸਮਝ ਲੈਣਾ। ਮੈਂ ਜੋ ਲਿਖਿਆ ਸੀ ਸਹੀ ਤੇ ਸੰਜੀਦਗੀ ਨਾਲ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਸਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਹੈ। ਅਸਲ ਵਿੱਚ ਸਭ ਕੁਝ ਦਾ ਪਤਾ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸਭ ਕੁਝ ਪਤਾ ਲੱਗਣ ਤੇ ਮੈਂ ਆਪ ਹੀ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦਾਚਿਤ ਨਹੀਂ ਵਿਆਹਾਂਗਾ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਇਹ ਨੌਜਵਾਨ ਜੀਵਨ ਵਿੱਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਕਦੇ ਨਹੀਂ ਮਰੇਗਾ। ਮੇਰੀ ਧੀ ਸੁਖੀ ਰਹੂ ਇਹ ਸੰਯੋਗ ਪਾ ਕੇ। ਕਾਕਾ, ਤੂੰ ਮੈਨੂੰ ਪਸੰਦ ਹੈ। ਮੇਰੀ ਧੀ, ਮੇਰੇ ਘਰ-ਬਾਰ ਬਾਰੇ ਤੂੰ ਪਤਾ ਕਰਕੇ ਆਪਣੀ ਰਾਏ ਦੱਸ ਦੇਵੀਂ। ਤੇ ਉਹ ਚਲਿਆ ਗਿਆ। ਉਸ ਦੇ ਚਲੇ ਜਾਣ ਤੋਂ ਬਾਅਦ ਮੈਂ 2-3 ਮਹੀਨਿਆਂ ਅੰਦਰ ਸਭ ਕੁਝ ਦੀ ਤਸੱਲੀ ਕਰ ਲਈ। ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ। ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਪਰ ਜਿਸ ਦਿਨ ਮੇਰੇ ਕੱਚੇ ਤੇ ਢਹੀ ਕੰਧ ਵਾਲੇ ਘਰ ਵਿੱਚ ਮੇਰੀ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਜਦ ਮੈਂ ਸ਼ਗਨਾਂ ਵਾਲਾ ਪਰਨਾ ਆਪਣੀ ਮਾਂ ਦੇ ਚਰਨਾਂ ਵਿੱਚ ਧਰਿਆ ਤਾਂ ਸ਼ਗਨਾਂ ਵਾਲੇ ਪੈਸਿਆਂ ਵਿੱਚੋਂ ਮਾਂ ਨੂੰ ਸਿਉਨੇ ਦੀ ਇੱਕ ਮੋਹਰ ਮਿਲ ਗਈ। ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ ਬਈ ਇੰਨਾ ਕਹਿਣ ਦੇ ਬਾਵਜੂਦ। ਮੈਂ ਤਾਂ ਸਾਰੇ ਪਿੰਡ, ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ 'ਚ ਫੜ ਮਾਰੀ ਹੋਈ ਸੀ ਕਿ ਮੈਂ ਇੱਕ ਆਦਰਸ਼ ਤੇ ਅਗਾਂਹ-ਵਧੂ ਵਿਆਹ ਮੰਗਣੀ ਕਰਨ ਜਾ ਰਿਹਾ ਹਾਂ। ਹੁਣ ਉਹ ਸਾਰੇ ਕੀ ਸੋਚਣਗੇ? ਇਹੋ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਕਿਵੇਂ ਵਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੋਜੀਸ਼ਨ ਆਕਵਰਡ ਹੁੰਦੀ ਜਾਪੀ।
ਕੀ ਕੀਤਾ ਜਾਵੇ? ਐਨੀ ਮੇਰੇ 'ਚ ਹਿੰਮਤ ਨਾ ਪਈ ਕਿ ਭਰੀ ਪੰਚਾਇਤ ਵਿੱਚ ਜਾ ਕੇ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ ਵਿੱਚ ਵਗਾਹ ਮਾਰਾਂ। ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਹੀ ਅਜਿਹਾ ਪੈ ਚੁੱਕਾ ਸੀ ਕਿ ਮੈਂ ਉਸ ਨੂੰ ਦੇਵਤਾ ਪੁਰਸ਼ ਸਮਝਣ ਲੱਗ ਪਿਆ ਸਾਂ। ਦੂਜੀ ਗੱਲ ਜਿਹੜੀ ਅੱਜ ਮੇਰੇ ਦਿਮਾਗ ਵਿੱਚ ਆ ਰਹੀ ਹੈ ਇਹ ਕਿ ਹੋ ਸਕਦਾ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ। ਭਾਵੇਂ ਮੋਹਰ ਕੋਈ ਵੱਡਮੁੱਲੀ ਵਸਤੂ ਨਹੀਂ ਸੀ, ਪਰ ਆਰਥਿਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਲਈ ਤਾਂ ਇਸ ਨਿੱਕੀ ਜਿਹੀ ਸੋਨ ਮੋਹਰ ਦਾ ਹੀ ਲਿਸ਼ਕਾਰਾ ਕਾਫੀ ਹੁੰਦਾ ਹੈ। ਮਾਂ ਮੇਰੇ ਧਰਮ ਸੰਕਟ ਨੂੰ ਸਮਝ ਗਈ ਤੇ ਸਮਝਦਿਆਂ ਉਸ ਮੈਨੂੰ ਨਸੀਹਤ ਦਿੱਤੀ, ਚੱਲ ਚੁੱਪ ਕਰ, ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲੱਗਦਾ। ਜੋ ਕੁਝ ਕਰਨਾ ਹੋਇਆ ਵਿਆਹ ਵੇਲੇ ਕਰ ਲਈ। ਲੱਗਦਾ ਮਾਂ ਦਾ ਦਿਲ ਵੀ ਅੰਦਰ ਖਾਤੇ ਲਲਚਾ ਗਿਆ ਸੀ। ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਸੀ, ਦੇਖੋ ਮੇਰੇ ਪੁੱਤ ਨੂੰ ਮੋਹਰਾਂ ਪੈਂਦੀਆਂ, ਐਵੇਂ ਨਾ ਸਮਝ ਲਿਓ ਤੁਸੀਂ ਕਿਤੇ ਸਾਨੂੰ। ਖੈਰ ਜੀ, ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ, ਪਰ ਇੱਕ ਗੱਲ ਜਮਾਂ ਸੱਚੀ ਹੈ ਕਿ ਮੈਂ ਮੋਹਰ ਵਾਪਸ ਨਾ ਕਰ ਸਕਿਆ। ਪਰ ਨਾਲ ਦੀ ਨਾਲ ਵਿਆਹ ਤੋਂ ਪਹਿਲਾਂ ਸਾਰੀ ਸਮੱਸਿਆ ਨਾਲ ਕਰੜਾਈ ਨਾਲ ਨਜਿੱਠਣ ਦੀਆਂ ਸਕੀਮਾਂ ਵੀ ਸੋਚਣ ਲੱਗਾ। ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੀ ਵਿਆਹ ਕਥਾ ਬਿਆਨ ਕਰਨ ਵੇਲੇ ਦੱਸਾਂਗਾ। ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ-ਜਿਉਂ ਮੈਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ, ਤਿਉਂ-ਤਿਉਂ ਮੇਰੀ ਜ਼ਮੀਰ ਮੈਨੂੰ ਲਾਹਣਤਾਂ ਪਾਉਂਦੀ ਰਹੀ। 2 ਕੁ ਮਹੀਨੇ ਮੈਂ ਅੰਦਰ ਹੀ ਅੰਦਰ ਕਰਿੱਝਦਾ ਰਿਹਾ। ਅਖੀਰ ਕਾਫੀ ਕਰਿੱਝਣ ਤੋਂ ਬਾਅਦ ਇੱਕ ਲੰਬੀ ਜਿਹੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਮਾਰੀ, ਜਿਸ ਦਾ ਸਾਰਾਂਸ਼ ਕੁਝ ਇਸ ਪ੍ਰਕਾਰ ਸੀ। ਮਾਨਯੋਗ ਬਾਪੂ ਜੀ, ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਨਾਲ ਆਪ ਜੀ ਨੂੰ ਲਿਖ ਰਿਹਾ ਹਾਂ। ਦੁੱਖ ਅਤੇ ਅਫਸੋਸ ਵਾਲੀ ਗੱਲ ਇਹੋ ਹੈ ਕਿ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਤੁਸੀਂ ਮੇਰੇ ਨਾਲ ਕੀਤੇ ਵਾਅਦਿਆਂ ਤੇ ਪੂਰੇ ਨਹੀਂ ਉਤਰੇ। ਸ਼ਗਨ ਵਿੱਚ ਮੋਹਰ ਪਾ ਕੇ ਤੁਸੀਂ ਮੇਰਾ ਮਾਣ ਨਹੀਂ ਸਗੋਂ ਅਪਮਾਨ ਕੀਤਾ ਹੈ। ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦਾ ਹੀ ਕੁਝ ਕਰਨਾ ਹੈ ਤਾਂ ਮੇਰੀ ਵੱਲੋਂ ਵਿਆਹ ਲਈ ਅੱਜ ਤੋਂ ਜਵਾਬ ਸਮਝੋ। ਹੌਸਲਾ ਜਿਹਾ ਕਰਕੇ ਮੈਂ ਚਿੱਠੀ ਪੋਸਟ ਕਰ ਆਇਆ। ਘਰ ਦੇ ਕਿਸੇ ਹੋਰ ਜੀ ਕੋਲ ਇਸ ਦੀ ਗੱਲ ਨਾ ਕੀਤੀ। ਕੁਝ ਦਿਨਾਂ ਬਾਅਦ ਹੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਆ ਗਿਆ, ਪਰ ਲਿਖੀ ਹੋਈ ਫਾਰਸੀ ਲਿਪੀ ਵਿੱਚ ਸੀ। ਮੈਂ ਆਪਣੇ ਇੱਕ ਪ੍ਰੋਫੈਸਰ ਸਾਥੀ ਕੋਲੋਂ ਇਹ ਪੜ੍ਹਾਈ। ਚਿੱਠੀ ਵਿੱਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਸੀ ਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਕੀਤਾ ਸੀ। ਤੇ ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਸਾਹਿਬ ਆਪਣਾ ਕੀਤਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ 8-10 ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆ ਤੋਂ ਵਿਦਾ ਹੋ ਗਏ। ਮੇਰਾ ਵਿਆਹ। ਹੁਣ ਸੁਣੋ ਮੇਰੇ ਵਿਆਹ ਦੀ ਵਾਰਤਾ। ਮੰਗਣੀ ਦੀ ਰਸਮ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਾਰਨ ਮੇਰੇ ਸਹੁਰੇ ਘਰ ਦੇ ਆਪਣੇ ਪਰਸਪਰ ਤੇ ਮੇਰੇ ਉਸ ਘਰ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਜਿਹੇ ਵਿਗੜ ਗਏ। ਹੁਣ ਤੱਕ ਜੋ ਗੱਲਬਾਤ ਹੋਈ ਸੀ ਉਹ ਮੁੱਖ ਤੌਰ ਤੇ ਮੇਰੇ ਸਹੁਰੇ ਨਾਲ ਹੀ ਹੋਈ ਸੀ, ਪਰ ਹੁਣ ਉਸ ਘਰ ਦੇ ਹੋਰ ਮੈਂਬਰ ਮੂਹਰੇ ਆਉਣੇ ਸ਼ੁਰੂ ਹੋ ਗਏ ਸਨ ਅਤੇ ਗੱਲਬਾਤ ਇੱਕ ਤਰ੍ਹਾਂ ਨਾਲ ਬਿਲਕੁਲ ਨਵੇਂ ਸਿਰਿਓਂ ਸ਼ੁਰੂ ਕਰਨੀ ਪੈਣੀ ਸੀ। ਮੇਰੀ ਮੰਗੇਤਰ, ਜਿਸ ਦਾ ਨਾਮ ਮਨਜੀਤ ਸੀ, ਦੀਆਂ 2 ਭੈਣਾਂ ਸਨ। ਇੱਕ ਉਸ ਤੋਂ ਵੱਡੀ ਸੀ ਤੇ ਇੱਕ ਛੋਟੀ। ਦੋਵੇਂ ਹੀ ਵਿਆਹੀਆਂ ਹੋਈਆਂ ਸਨ। ਭਾਈ ਕੋਈ ਨਹੀਂ ਸੀ ਤੇ ਮਾਂ ਸਧਾਰਨ ਕਿਸਮ ਦੀ ਔਰਤ ਸੀ। ਸੋ ਵਿਆਹ ਦਾ ਜੋ ਢਮ-ਢਮਾ ਕਰਨਾ ਸੀ ਉਹ ਮੇਰੇ ਸਾਡੂਆਂ ਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲੱਗ ਕੇ ਕਰਨਾ ਪੈਣਾ ਸੀ। ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ ਤੇ ਵੱਡੇ ਸਾਂਢੂ ਸਾਹਿਬ ਨੂੰ। ਮੇਰੇ ਸਹੁਰੇ ਸਾਹਿਬ ਦੀ ਮੌਤ ਤੋਂ ਬਾਅਦ ਮੈਂ ਵੀ ਉਸ ਘਰ ਆਮ ਆਉਣ ਜਾਣ ਲੱਗ ਪਿਆ ਸੀ ਤੇ ਮੇਰੀ ਸਾਰਿਆਂ ਨਾਲ ਚੰਗੀ ਜਾਣ ਪਹਿਚਾਣ ਹੋ ਗਈ ਸੀ। ਇਸ ਲਈ ਮੈਂ ਬੇਝਿਜਕ ਹੋ ਕੇ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ ਤੇ ਹੀ ਹੋਏਗਾ ਜੋ ਬਾਪੂ ਜੀ ਨਾਲ ਤੈਅ ਹੋਈਆਂ ਸਨ। ਇਸ ਲਈ ਉਹਨਾਂ ਨੂੰ ਮੰਨਣਾ ਪਿਆ। ਭਾਵੇਂ ਉਹਨਾਂ ਲਈ ਇਹ ਜ਼ਰਾ ਮੁਸ਼ਕਲ ਸੀ, ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੇ ਵਿਆਹ ਵੇਲੇ ਲੈਣ ਦੇਣ ਕੀਤਾ ਸੀ ਤੇ ਦੂਜੇ ਸ਼ਾਇਦ ਉਹ ਇਹ ਸਮਝਦੇ ਹੋਣ ਕਿ ਮਤੇ ਦੁਨੀਆ ਇਹ ਆਖੇ ਕਿ ਸਾਂਢੂਆਂ ਨੇ ਮੋਹਰੀ ਬਣ ਕੇ ਜਾਣ ਕੇ ਕੁਝ ਨਹੀਂ ਕਰਨ ਦਿੱਤਾ। ਖੈਰ, ਇੱਕ ਵਾਰ ਤਾਂ ਉਹ ਮੇਰਾ ਕਿਹਾ ਸਭ ਕੁਝ ਮੰਨ ਗਏ। ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ। ਇੱਕ ਤਾਂ ਸਹੁਰਾ ਸਾਹਿਬ ਦੀ ਹੁਣੇ ਮੌਤ ਹੋਈ ਕਰਕੇ ਅਤੇ ਦੂਜੇ ਆਪਣੀ ਖਿੰਡਰੀ ਪੁੰਡਰੀ ਆਰਥਿਕ ਹਾਲਤ ਕਰਕੇ। ਪਰ ਉਸ ਘਰ ਆਮ ਆਉਣ ਜਾਣ ਤੇ ਵਿੱਚ ਮਨਜੀਤ ਨੂੰ ਮਿਲਣ ਜੁਲਣ ਕਾਰਨ ਸਹੁਰਾ ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ, ਜਿਹੜਾ ਕਿ ਬਿਲਕੁਲ ਐਨ ਹੀ ਕੁਦਰਤੀ ਸੀ। ਇਸ ਲਈ ਮੈਂ ਵਿਆਹ ਲੇਟ ਪਾਉਣ ਤੇ ਜ਼ੋਰ ਨਾ ਪਾ ਸਕਿਆ।
ਸੋ ਵਿਆਹ ਦੀ ਮਿਤੀ 6 ਫਰਵਰੀ 1967 ਰੱਖ ਲਈ ਗਈ। ਭਾਵੇਂ ਸਭ ਕੁਝ ਸਾਧ ਮੁਰਾਦਾ ਹੀ ਕਰਨਾ ਸੀ, ਪਰ ਇਹ ਸਾਧ ਮੁਰਾਦਾ ਕਰਨ ਲਈ ਵੀ ਮੇਰੇ ਵਿੱਚ ਸਮਰੱਥਾ ਨਹੀਂ ਸੀ। ਜ਼ਮੀਨ ਜਿਉਂ ਦੀ ਤਿਉਂ ਗਹਿਣੇ ਪਈ ਹੋਈ ਸੀ ਤੇ ਘਰ ਸਿਰ 8,000 ਦਾ ਕਰਜ਼ਾ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜਾ ਸੀ। ਤੇ ਉਹਨਾਂ ਦਿਨਾਂ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਲਈ 8,000 ਦਾ ਕਰਜ਼ਾ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਨਹੀਂ ਸੀ ਕਰ ਸਕਦਾ। ਇਸ ਲਈ ਹਰ ਪਾਸਿਓਂ ਹੀ ਮੈਂ ਵੱਧ ਤੋਂ ਵੱਧ ਮੁੱਠੀ ਕੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲ ਦੀ ਰੁੱਤ ਦਾ ਸੀ। ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਹੈ ਹੀ ਸੀ। ਇਸ ਸੰਬੰਧੀ ਮੈਂ ਆਪਣੇ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਸ ਨੇ ਨਵਾਂ ਗਰਮ ਸੂਟ ਸਵਾਇਆ ਸੀ, ਨੂੰ ਬੇਨਤੀ ਕੀਤੀ ਕਿ ਉਹ ਮੇਰੀ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨਣ ਅਤੇ ਵਿਆਹ ਦੇ 2-3 ਦਿਨਾਂ ਲਈ ਇਹ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਉਸ ਪੱਧਰ ਪੁਰਸ਼ ਨੇ ਮੇਰੇ ਵਾਸਤੇ ਇੱਕ ਕੁਰਬਾਨੀ ਕਰ ਹੀ ਦਿੱਤੀ। ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ ਤੋਂ ਹੋਰ ਕੁਝ ਭਾਵੇਂ ਕਰਾਂ ਜਾਂ ਨਾ ਕਰਾਂ, ਪਰ ਬਹੂ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਜ਼ਰੂਰ ਬਣਾ ਕੇ ਲੈ ਜਾਵਾਂ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਖੜੋਤੇ। ਮਾਂ ਹੀ ਘਰ ਵਿੱਚ ਇਕੱਲਾ ਇੱਕ ਅਜਿਹਾ ਜੀ ਸੀ ਜੋ ਪੜ੍ਹਾਈ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਤੇ ਮੇਰੀ ਪੜ੍ਹਾਈ ਲਈ ਉਸਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਸੀ ਕੀਤਾ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਵਿੱਚ ਵੀ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਨਹੀਂ ਸੀ ਕਰ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਖਿਆਲ ਵੀ ਨਾ ਰੱਖਾਂ। ਲਾਹਨਤ ਹੈ ਮੇਰੇ ਅਜਿਹੇ ਪੁੱਤ ਹੋਣ ਦੇ। ਇਹ ਖਿਆਲ ਮੇਰੇ ਤੇ ਭਾਰੂ ਹੋ ਗਿਆ ਤੇ ਮੈਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਇਸ ਸ਼ਰਤ ਤੇ ਰੱਖਿਆ ਕਿ ਸੂਟ ਖਰੀਦਿਆ ਨਹੀਂ, ਸਗੋਂ ਇਧਰੋਂ ਉਧਰੋਂ ਉਧਾਰਾ ਫੜ ਕੇ ਸਾਰ ਲਿਆ ਜਾਵੇਗਾ। ਸੂਟ ਦਾ ਕੋਈ ਦਿਖਾਵਾ ਨਹੀਂ ਹੋਵੇਗਾ ਅਤੇ ਇਹ ਬਾਅਦ ਵਿੱਚ ਕੁੜੀ ਵਾਲਿਆਂ ਤੋਂ ਵਾਪਿਸ ਲੈ ਲਿਆ ਜਾਵੇਗਾ। ਮਾਂ ਵਿਚਾਰੀ ਇਸ ਤੇ ਵੀ ਮੰਨ ਗਈ ਸੀ। ਹਾਲਾਂਕਿ ਅੱਜ ਮੈਂ ਸੋਚਦਾ ਹਾਂ ਕਿ ਇਹ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆਂ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਹਨ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰਹ ਤੋਂ ਲੈ ਕੇ ਆਇਆ। ਪਿਛਲੇ 28-30 ਸਾਲਾਂ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ ਵਿੱਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ। ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰੀਆਂ ਅਤੇ ਭਾਈਚਾਰੇ ਦੇ ਵਿਆਹਾਂ ਵਿੱਚ ਦੂਜਿਆਂ ਨੂੰ ਦਿੱਤਾ ਹੀ ਦਿੱਤਾ ਸੀ। ਕਿਸੇ ਤੋਂ ਲੈਣ ਦਾ ਕਦੇ ਮੌਕਾ ਨਹੀਂ ਸੀ ਆਇਆ। ਹੁਣ ਲੈਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰ ਦੀ ਅੰਦਰੇ ਅੰਦਰ ਇੱਛਾ ਸੀ ਕਿ ਸਾਰੀਆਂ ਚਾੜੀਆਂ ਬੀੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਜਾਂ ਸੁਨੇਹੇ ਭੇਜ ਦਿੱਤੇ ਸਨ ਕਿ ਵਿਆਹ ਅਤੀ ਸਾਦਾ ਹੋ ਰਿਹਾ ਹੈ। ਕਿਰਪਾ ਕਰਕੇ ਵਿਆਹ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ। ਕਿਸੇ ਤਰ੍ਹਾਂ ਦਾ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਇੱਛਾ ਤੇ ਆਸ ਨਾਲ ਆਵੇ। ਅੰਤ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ, ਉਹ ਬੇਸ਼ੱਕ ਇਸ ਵਿਆਹ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਠਿਆਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆ ਸੀ। ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵਾਲੇ ਉਸ ਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲੇਗਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ ਤੇ ਕੀਤੀਆਂ। ਬਾਅਦ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ ਇੱਕ ਕਾਰ ਵਾਧੂ ਕਰਕੇ ਮੈਂ ਗਲਤੀ ਕੀਤੀ ਸੀ। ਜੰਝ ਵਿੱਚ ਅਸੀਂ ਕੁੱਲ 7 ਜਣੇ ਗਏ। 4 ਮੇਰੇ ਦੋਸਤ, ਇੱਕ ਸ਼ਰੀਕੇ ਵਿੱਚੋਂ ਚਾਚਾ ਜੀ, ਇੱਕ ਵਿਚੋਲਾ ਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਤੇ ਨਾ ਹੀ ਭਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸਾਂ ਲੈ ਕੇ ਆਇਆ। ਤੇ ਬਾਅਦ ਵਿੱਚ ਕਿੰਨਾ ਚਿਰ ਮੈਨੂੰ ਮੁਖੌਲ ਕਰ ਸਵਾਦ ਵੀ ਲੈਂਦੇ ਰਹੇ। ਖੈਰ ਜੀ, ਇਸ ਭੁੱਲ ਚੁੱਕ ਦੇ ਬਾਵਜੂਦ ਮੈਂ ਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ ਤੇ ਪ੍ਰਵਾਨ ਕੀਤੇ ਇਕੱਠੇ ਰਹਿੰਦੇ ਤੁਰੇ ਆ ਰਹੇ ਹਾਂ। ਸਭ ਕੁਝ ਸੁੱਖੀ ਸਾਂਦੀ ਨੇਪਰੇ ਚੜ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਜਟ ਖੜਾ ਹੋ ਗਿਆ। ਮੇਰਾ ਵੱਡਾ ਸਾਂਢੂ ਮੇਰੇ ਕੋਲ ਆ ਕੇ ਕਹਿਣ ਲੱਗਾ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰ। ਮੈਨੂੰ ਗੱਲ ਸਮਝ ਨਾ ਆਈ। ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ? ਕਿਉਂਕਿ ਸਮਾਨ ਨਹੀਂ ਲਿਜਾਣਾ ਆਪਣਾ। ਸਾਂਢੂ ਨੇ ਹੁਕਮੀਆਂ ਲਹਿਜ਼ੇ ਵਿੱਚ ਜਵਾਬ ਦਿੱਤਾ। ਮੈਂ ਸਭ ਕੁਝ ਸਮਝ ਗਿਆ ਤੇ ਸਖਤ
ਤੇ ਗੁੱਸੈਲੇ ਲਹਿਜ਼ੇ ਵਿੱਚ ਇਨਕਾਰ ਕਰਦਿਆਂ ਕਿਹਾ, ਮੈਂ ਕੋਈ ਸਮਾਨ-ਸਮੂਨ ਨਹੀਂ ਲੈ ਕੇ ਜਾਣਾ। ਲੱਖ ਵਾਰੀ ਕਹਿਣ ਤੇ ਵੀ ਤੁਹਾਡੇ ਦਿਮਾਗ ਵਿੱਚ ਨਹੀਂ ਪਈ। ਹੱਦ ਹੋ ਗਈ ਤੁਹਾਡੇ ਵਾਲੀ ਵੀ। ਪਰ ਸਾਂਢੂ ਤਾਂ ਵਿਚਾਰਾ ਲੈ ਉਵੇਂ ਸਟੈਂਡ ਲੈ ਰਿਹਾ ਸੀ ਜਿਵੇਂ ਉਸ ਨੂੰ ਅੰਦਰੋਂ ਸਮਝਾਇਆ ਗਿਆ ਸੀ। ਇਸ ਲਈ ਆਪਣੇ ਸਟੈਂਡ ਤੇ ਅੜਿਆ ਰਿਹਾ ਤੇ ਬੋਲਿਆ, ਸਮਾਨ ਤਾਂ ਤੁਹਾਨੂੰ ਲਿਜਾਣਾ ਪਊ ਜਦ ਤੁਹਾਡੇ ਵਾਸਤੇ ਹੀ ਬਣਾਇਆ ਹੈ। ਬੜਾ ਰੱਫੜ ਖੜਾ ਹੋਇਆ। ਕਿਹੋ ਜਿਹੇ ਬੰਦਿਆਂ ਨਾਲ ਵਾਹ ਪੈ ਗਿਆ ਅਜਮੇਰ ਸਿਆਂ ਤੇਰਾ। ਵਿਚੋਲੇ ਤਾਏ ਅਮਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਨਹੀਂ ਦੇ ਰਹੇ, ਨਾ ਸਾਈਕਲ, ਨਾ ਘੜੀ ਅਤੇ ਨਾ ਹੀ ਕੋਈ ਹੋਰ ਸੂਟ ਬੂਟ, ਨਾ ਘਰ ਦੇ ਜਾਂ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼। ਇਹ ਤਾਂ ਕੁੜੀ ਲਈ ਨੇ 5-6 ਬਿਸਤਰੇ ਜੇ। ਹੁਣ ਧੀ ਆਲੇ ਆਪਣੀ ਧੀ ਨੂੰ ਵੀ ਕੁਛ ਨਾ ਦੇਣ। ਪਰ ਮੈਂ ਆਪਣੀ ਹਿੰਡ ਨਾ ਛੱਡੀ, ਸਗੋਂ ਗੁੱਸੇ ਵਿੱਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਬਿਸਤਰੇ ਨਹੀਂ ਮਿਲਣਗੇ? ਹਾਲਾਂਕਿ ਮੈਨੂੰ ਪਤਾ ਸੀ ਇਹੋ ਜਿਹੇ ਨਵੇਂ ਨਵਕੋਰ ਬਿਸਤਰੇ ਸੱਚਮੁੱਚ ਸਾਡੇ ਘਰ ਨਹੀਂ ਸਨ। ਵਾਹਵਾ ਰੌਲਾ ਰੱਪਾ ਪੈਂਦਾ ਰਿਹਾ। ਥੋੜੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ। ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਸਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ। ਇਹ ਮੈਂ ਆਪਣੀ ਤਨਖਾਹ ਵਿੱਚੋਂ ਆਪ ਬਣਾਏ ਹਨ। ਇਹ ਮੈਂ ਬੜੀ ਰੀਝ ਨਾਲ ਬਣਾਏ ਹਨ। ਪਲੀਜ਼ ਤੁਸੀਂ ਇਹਨਾਂ ਤੋਂ ਇਨਕਾਰ ਨਾ ਕਰੋ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸਾਂ। ਇਸ ਲਈ ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਵਿੱਚ ਮੇਰੇ ਵਿਆਹ ਉੱਤੇ ਕੁੱਲ 750 ਰੁਪਏ ਖਰਚ ਆਏ ਸਨ। ਇਹਨਾਂ ਵਿੱਚ ਵੀ ਮੇਰੇ ਅਨੁਸਾਰ ਮੇਰੇ ਕੋਲ 2 ਫਜ਼ੂਲ ਖਰਚੀਆਂ ਹੋਈਆਂ ਸਨ। ਇੱਕ ਤਾਂ ਇੱਕ ਕਾਰ ਵੱਧ ਕਰਨ ਦੀ ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਕਿਰਾਏ ਤੇ ਇੱਕ ਟਰੱਕ ਕਰਨ ਦੀ। ਮੇਰੀ ਮੰਗਣੀ ਤੇ ਮੇਰੇ ਵਿਆਹ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ ਵਿੱਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜੋਂਦੀਆਂ ਹਨ। ਪਹਿਲੀ ਸਿਉਨੇ ਦੀ ਮੋਹਰ ਵਾਪਸ ਨਾ ਕਰਨ ਦੀ ਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦ ਮੈਂ ਸਮੁੱਚੇ ਤੌਰ ਤੇ ਆਪਣੇ ਵਿਆਹ ਦੀਆਂ ਘਟਨਾਵਾਂ ਆਪਣੇ ਮਨ ਵਿੱਚ ਚਿਤਵਦਾ ਹਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ।